ਤਾਂ ਮੋਟੀ ਮੋਟੀ ਜੀ ਇਹ ਆ ਕਿ ਗੌਰਮੈਂਟ ਆਫ ਇੰਡੀਆ ਨੇ ਪੰਜਾਬ ਨੂੰ ਕੁਛ ਨਹੀਂ ਦੇਣਾ ਤੇ ਨਾ ਦਿੱਤਾ ਆ, ਕਿਉਂਕਿ ਹਰ ਚੀਜ਼ ਸੈਂਟਰਲਾਈਜ਼ ਕਰੀ ਜਾਂਦੇ ਆ। ਔਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਕਿ ਜੋ ਆਪਣੇ ਸੋਰਸਸ ਹੈਗੇ ਆ ਉਹਨਾਂ ਨੂੰ ਕੰਸੋਲੀਡੇਟ ਕਰਕੇ ਤੇ ਪੰਜਾਬ ਨੂੰ ਚੰਗੇ ਪਾਸੇ ਨੂੰ ਲੈ ਕੇ ਜਾਈਏ। ਔਰ ਜਿੱਥੋਂ ਤੱਕ ਐਕਸਾਈਜ਼ ਪਾਲਿਸੀ ਦਾ, ਕਿਉਂਕਿ ਜੇ ਸਾਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਆ, ਕਿਉਂਕਿ ਜੇ ਨਵਜੋਤ ਸਿੱਧੂ ਨੇ ਇਹ ਸੁਝਾਅ ਦਿੱਤਾ ਸੀ ਤਾਂ ਮੈਨੂੰ ਲੱਗਦਾ ਸੁਝਾਅ ਕਿਸੇ ਦਾ ਵੀ ਹੋਵੇ ਸਾਨੂੰ ਮੰਨ ਲੈਣਾ ਚਾਹੀਦਾ, ਤੇ ਘੱਟੋ ਘੱਟ ਵੀ 10,000 ਕਰੋੜ ਰੁਪਈਆ ਇਹਦੇ ਤੋਂ ਜਨਰੇਟ ਹੋ ਸਕਦਾ। ਔਰ ਦੂਸਰੀ ਗੱਲ ਹੈ, ਕਿਉਂਕਿ ਬਾਬੂ ਜਿਹੜਾ ਆ ਉਹਨੇ 4-5 ਤਰ੍ਹਾਂ ਦੇ ਚਸ਼ਮੇ ਰੱਖੇ ਹੁੰਦੇ ਆ, ਉਹਦੇ ਵਿੱਚੋਂ ਜਿਹੜਾ ਪੋਲੀਟੀਸ਼ੀਅਨ ਨੂੰ ਠੀਕ ਲੱਗਦਾ ਹੈਗਾ ਉਹ ਚੂਜ਼ ਕਰ ਲੈਂਦਾ। ਇਸ ਕਰਕੇ ਮੈਂ ਨਹੀਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਰਾਜ ਕਿਹਦਾ ਆ? ਰਾਜ ਤਾਂ ਕੈਪਟਨ ਅਮਰਿੰਦਰ ਸਿੰਘ ਦਾ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਹਿਰਦਤਾ ਨਾਲ, ਔਰ ਜਦੋਂ ਕੋਵਿਡ-19 ਤੋਂ ਬਾਅਦ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਹੋਰ ਵੀ ਉਹਦੇ ਵਿੱਚ ਜ਼ਿਆਦਾ ਸਮੱਸਿਆਵਾਂ ਹੈਗੀਆਂ, ਸਾਨੂੰ ਹੋਰ ਸੁਹਿਰਦਤਾ ਨਾਲ, ਸਾਨੂੰ ਹੋਰ ਡੀਪ ਥਾਟ ਦੇ ਕੇ, ਕਿਉਂਕਿ ਸਾਡਾ ਜਿੰਨੀ ਵੀ ਕੰਸੋਲੀਡੇਸ਼ਨ ਹੋ ਜਾਵੇ, ਕਿਉਂਕਿ ਸਾਡੇ ਕੋਲ ਸੋਰਸ ਐਕਸਾਈਜ਼ ਆ ਅਤੇ ਮਾਈਨਿੰਗ ਹੈ, ਅਤੇ ਇਹਦੇ 'ਤੇ ਕੰਮ ਕਰਨਾ ਚਾਹੀਦਾ। ਔਰ ਜਿਹੜੇ, ਕਿਉਂਕਿ ਹੁਣ ਇਹ ਸਾਡੇ ਨਾਲ ਹੀ ਚੱਲਣਾ ਹੈਗਾ, ਜਿਹੜਾ ਕੋਵਿਡ-19 ਹੈ ਇਹਦੇ ਨਾਲ ਹੀ ਸਾਨੂੰ ਰਹਿਣਾ ਆਉਣਾ ਚਾਹੀਦਾ। ਔਰ ਉਹਦੇ ਵਿੱਚ ਸਾਨੂੰ ਇਹ ਜ਼ਰੂਰਤ ਹੈਗੀ ਆ ਵੀ ਅਸੀਂ ਸਾਰੇ ਜਿਹੜੇ ਪੁਰਾਣੇ ਇਸ਼ੂਜ਼ ਵੀ ਹੈਗੇ ਆ, ਕਿਉਂਕਿ ਇਹਨੂੰ ਸਾਰੇ ਨੂੰ ਅਸੀਂ ਕੋਵਿਡ ਦੇ ਕਾਰਪੈਟ ਥੱਲੇ ਨਹੀਂ ਸਾਰਾ ਲਪੇਟ ਸਕਦੇ। ਔਰ ਉਹਦੇ ਵਿੱਚ ਚਾਹੇ ਬੇਅਦਬੀਆਂ ਵਾਲਾ ਇਸ਼ੂ ਹੈ, ਚਾਹੇ 31,000 ਕਰੋੜ ਵਾਲਾ ਇਸ਼ੂ ਆ, ਚਾਹੇ ਜਿਹੜੀਆਂ PPA ਹੈਗਾ, ਪਾਵਰ ਪਰਚੇਜ਼ ਐਗਰੀਮੈਂਟ, ਇਹਨਾਂ 'ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਔਰ ਸੂਬੇ ਨੂੰ ਉਭਾਰਨ ਦੀ ਜ਼ਰੂਰਤ ਹੈ। ਕਿਉਂਕਿ ਜੇ ਅਸੀਂ ਉਹਨਾਂ ਵੱਲ ਦੇਖਦੇ ਰਹੇ, ਗੌਰਮੈਂਟ ਆਫ ਇੰਡੀਆ ਵੱਲ, ਕਿਉਂਕਿ ਜੋ ਕੱਲ੍ਹ ਦੇ ਉਹਨਾਂ ਨੇ ਐਡਮਿਨਿਸਟ੍ਰੇਟਿਵ ਰਿਫਾਰਮਸ ਦਿੱਤੇ ਹੈਗੇ ਆ, ਜਾਂ ਮੇਰਾ ਖਿਆਲ ਹੈ ਵੀ 74% ਤਾਂ ਜਿਹੜੀ FDI ਦੀ ਡਾਇਰੈਕਟ ਜਿਹੜੀ ਇਨਵੋਲਵਮੈਂਟ ਆ ਉਹ ਡਿਫੈਂਸ ਜਿਹੜੀਆਂ ਇਕੁਇਪਮੈਂਟ ਹੈਗਾ ਉਹਦੇ ਵਿੱਚ ਕਰ ਦਿੱਤੀਆਂ, ਅਤੇ ਆਤਮ ਨਿਰਭਰ ਦੀ ਗੱਲ ਇਹ ਕਿੱਥੇ ਕਰਦੇ ਆ, ਅਤੇ ਸਾਨੂੰ ਸਟੇਟਾਂ ਨੂੰ ਤਕੜੇ ਹੋਣ ਦੀ ਜ਼ਰੂਰਤ ਹੈ। ਔਰ ਮੈਂ ਤਾਂ ਇਹ ਜਿੰਨੇ ਵੀ ਲੈਜਿਸਲੇਟਰ ਹੈਗੇ ਆ ਜਾਂ ਮਿਨਿਸਟਰਸ ਹੈਗੇ ਆ, ਇਹਨਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨੀ ਆ ਵੀ ਆਪਾਂ ਲਾਈਨ ਆਪਣੀ ਦੂਰ ਨਾ ਬਣਾ ਕੇ ਬਹਿ ਜਾਈਏ, ਉਹਨੂੰ ਅੱਗੇ ਵਧੀਏ, ਕਿਉਂਕਿ ਸਮਾਂ ਕਿਸੇ ਦਾ ਨਹੀਂ ਹੁੰਦਾ। ਇਸ ਮਹਾਮਾਰੀ ਨਾਲ ਜਿਹੜਾ ਖੇਡ ਜਗਤ ਨੂੰ ਕਾਫੀ ਨੁਕਸਾਨ ਹੋਇਆ, ਉਸ ਬਾਰੇ ਦੇਖੋ ਸਾਰਿਆਂ ਨੂੰ ਨੁਕਸਾਨ ਹੋਇਆ, ਕਿਉਂਕਿ ਹੁਣ ਤੱਕ ਬਹੁਤ ਡਰ ਵੀ ਸੀਗਾ, ਹਜੇ ਵੀ ਕਿਤੇ ਨਾ ਕਿਤੇ ਡਰ ਦੀ ਜ਼ਰੂਰਤ ਹੈਗੀ ਆ। ਸਾਨੂੰ ਜਿਹੜੇ ਪ੍ਰੀਕਾਸ਼ਨਸ ਆ ਉਹ ਲੈਣ ਦੀ ਜ਼ਰੂਰਤ ਹੈਗੀ ਆ, ਔਰ ਉਹਦੇ ਨਾਲ ਨਾਲ ਫਿਟਨੈਸ ਸਾਨੂੰ ਕਰਨੀ ਚਾਹੀਦੀ ਆ, ਕਿਉਂਕਿ ਜਿਹੜਾ ਸਪੋਰਟਸਮੈਨ ਆ ਉਹ ਫਿਟਨੈਸ ਤੋਂ ਬਿਨਾਂ ਕਿਵੇਂ ਚੱਲ ਸਕਦਾ? ਵੈਸੇ ਤਾਂ ਆਮ ਬੰਦਾ ਵੀ ਜਿਹੜਾ, ਕਿਉਂਕਿ ਜੇ ਉਹ ਫਿਜ਼ੀਕਲੀ ਤਕੜਾ ਹੋਊਗਾ, ਮਾਨਸਿਕ ਤੌਰ 'ਤੇ ਤਕੜਾ ਹੋਊਗਾ, ਅਤੇ ਉਹ ਇਮਿਊਨ ਸਿਸਟਮ ਤਾਂ ਹੀ ਉਹਦਾ ਤਕੜਾ ਹੋਊਗਾ। ਲਾਕਡਾਊਨ ਦਾ ਪੋਸਟ ਜਦੋਂ ਕੱਲ੍ਹ ਤੋਂ ਸਟਾਰਟ ਹੋ ਗਿਆ, ਉਹਦੇ ਵਿੱਚ ਪੰਜਾਬ ਸਰਕਾਰ ਨੇ ਕੀ ਨਹੀਂ ਦੇਖੋ ਪੰਜਾਬ ਸਰਕਾਰ ਨੇ ਤਾਂ ਐਡਵਾਈਜ਼ਰੀ ਇਸ਼ੂ ਕਰਨੀ ਆ, ਬਟ ਸਾਨੂੰ ਸਾਰਿਆਂ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈਗਾ, ਸਾਨੂੰ ਸਾਰਿਆਂ ਨੂੰ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈਗੀ ਹੈ। ਜਿਹੜਾ ਕਰਫਿਊ ਹਟਾਉਣ ਜਾ ਰਹੀ ਹੈ ਸਰਕਾਰ, ਇਹਨੂੰ ਕਿੱਥੇ ਤੱਕ ਸਹੀ? ਨਹੀਂ ਦੇਖੋ ਅਲਟੀਮੇਟਲੀ ਤਾਂ ਹਟਾਉਣਾ ਹੀ ਪਊਗਾ, ਪਰ ਇਹਦੇ 'ਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ, ਕਿਉਂਕਿ ਹੁਣ ਇਹ ਨਹੀਂ ਹੈ ਵੀ ਆਪਾਂ ਇਹ ਕਹਿ ਦਈਏ ਵੀ ਸਰਕਾਰ ਆਹ ਕਰ ਦੇਵੇ, ਸਰਕਾਰ ਆਹ ਕਰ ਦੇਵੇ। ਇਹ ਤਾਂ ਯਾਰ ਆਪਾਂ ਜਿਹੜਾ ਸੋਸ਼ਲ ਡਿਸਟੈਂਸ ਆ ਆਪਾਂ ਮੇਨਟੇਨ ਕਰਨਾ ਹੈਗਾ, ਇੱਕ ਦੂਸਰੇ ਤੋਂ ਆਪਾਂ ਬਚਣਾ ਹੈਗਾ, ਕਿਉਂਕਿ ਇਹਦੇ ਵਿੱਚ ਸਭ ਤੋਂ ਡੇਂਜਰਸ ਜਿਹੜਾ ਉਹ ਕੈਰੀਅਰ ਆ। ਕਿਉਂਕਿ ਜੇ ਕੈਰੀਅਰ ਜਿਹੜਾ ਆ ਉਹਨੂੰ ਸਿੰਪਟਮਸ ਨਹੀਂ ਆਉਂਦੇ, ਲੇਕਿਨ ਉਹ ਸਭ ਤੋਂ ਕਈ ਵਾਰੀ, ਕਿਉਂਕਿ ਜਿਹੜਾ ਵੀਕ ਇਮਿਊਨ ਸਿਸਟਮ ਆ ਉਹਨੂੰ ਜਾ ਕੇ ਫਿਰ ਕਿਤੇ ਨਾ ਕਿਤੇ ਉਹ ਨੁਕਸਾਨ ਜਿਹੜੇ ਸ਼ਰਧਾਲੂ ਦੇ ਰੇਟ ਸਾਹਿਬ ਤੋਂ ਲੈ ਕੇ ਆਏ ਹੈਗੇ ਆ, ਉਹਨਾਂ ਦੀ ਜਿਹੜੀ ਜਾਂਚ ਪ੍ਰੋਪਰਟੀ ਟਾਈਮ 'ਤੇ ਨਹੀਂ ਹੋਈ, ਹੁਣ ਜਿੱਦਾਂ ਬਾਹਰੋਂ ਲੈ ਕੇ ਆ ਰਹੇ ਆ ਉਹਨਾਂ ਵਾਸਤੇ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਆਫ ਇੰਡੀਆ ਦੀ ਨਲਾਇਕੀ ਹੈਗੀ ਆ, ਕਿਉਂਕਿ ਸਾਨੂੰ ਟ੍ਰੇਨ ਦੇਣੀ ਚਾਹੀਦੀ ਸੀ। ਔਰ ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਸਰਕਾਰ ਦੀ ਕਿਤੇ ਨਾ ਕਿਤੇ ਉਹਦੇ ਵਿੱਚ ਨਲਾਇਕੀ ਨਹੀਂ ਹੈਗੀ ਆ, ਲੇਕਿਨ ਐਟ ਦਾ ਸੇਮ ਟਾਈਮ ਜਿਹੜਾ ਇੱਕ ਸੈਕਸ਼ਨ ਆਫ ਮੀਡੀਆ ਨੇ ਇੱਦਾਂ ਪ੍ਰੋਜੈਕਟ ਕੀਤਾ ਵੀ ਪਤਾ ਨਹੀਂ ਇਹ ਕਿੱਡਾ, ਕਿਉਂਕਿ ਅਲਟੀਮੇਟਲੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਕੀ ਮੰਨਦੇ ਆਪਣੀ 2022 ਦੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਰੋਨਾ ਮਹਾਮਾਰੀ ਕਰਕੇ ਜਿਹੜਾ ਕੋਈ ਫਰਕ ਪਏਗਾ? ਨਹੀਂ ਬਹੁਤ ਚੀਜ਼ਾਂ ਦਾ ਫਰਕ ਪਊਗਾ, ਬਟ ਐਟ ਦਾ ਸੇਮ ਟਾਈਮ ਅਸੀਂ ਹਰ ਚੀਜ਼ ਨੂੰ ਕਰੋਨਾ ਨਾਲ ਹੀ ਨਾ ਲਪੇਟ ਕੇ ਦੇਖੀ ਜਾਈਏ, ਜਿਹੜੇ ਸਾਡੇ ਕੰਮ ਕਰਨ ਵਾਲੇ ਹੈਗੇ ਆ। ਕਿਉਂਕਿ ਅੱਜ ਆਪਾਂ ਕਿਉਂ ਇਕੱਠੇ ਹੋਏ ਆ? ਇਸ ਕਰਕੇ ਹੋਏ ਆ ਵੀ ਆਪਾਂ ਜਿਹੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਐਡਮਿਨਿਸਟ੍ਰੇਟਿਵਲੀ ਸਾਨੂੰ ਕਰਨੀਆਂ ਪੈਣਗੀਆਂ, ਕਿਉਂਕਿ ਮੈਂ ਦੇਖਦਾ ਹਰ ਚਿੱਠੀ 'ਤੇ ਨਾ ਕਰੋਨਾ ਮਹਾਮਾਰੀ। ਠੀਕ ਆ, ਕਰੋਨਾ ਮਹਾਮਾਰੀ ਆ ਗਈ, ਬਟ ਸਾਨੂੰ ਕੰਮ ਤਾਂ ਕਰਨ ਦੀ ਜ਼ਰੂਰਤ ਹੈ, ਜਿਹੜੇ ਪੁਰਾਣੇ ਇਸ਼ੂਜ਼ ਹੈਗੇ ਉਹਨੂੰ ਵੀ ਤਾਂ ਸੋਲਵ ਕਰਨ ਦੀ ਜ਼ਰੂਰਤ ਹੈਗੀ। ਕਰਫਿਊ ਦੌਰਾਨ ਤੁਸੀਂ ਆਪਣੇ ਹਲਕੇ ਵਿੱਚ ਲੋਕਾਂ ਵਾਸਤੇ ਕੀ ਕੀਤਾ? ਦੇਖੋ ਕਰਫਿਊ ਦੌਰਾਨ ਬੇਸਿਕਲੀ ਤਾਂ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ, ਔਰ ਅਸੀਂ ਬੇਸਿਕਲੀ ਇੱਕ ਸਿਸਟਮ ਬਣਾਇਆ ਸੀ ਵੀ ਤਾਂ ਕਿ ਕੋਈ ਬੰਦਾ ਭੁੱਖਾ ਨਾ ਰਹੇ। ਉਹਦੇ ਵਿੱਚ ਸਰਕਾਰੀ ਵੀ, ਗੈਰ ਸਰਕਾਰੀ ਵੀ, NGOs ਵੀ, ਇਹਨਾਂ ਸਾਰਿਆਂ ਨੇ ਯੋਗਦਾਨ ਪਾਇਆ ਹੈਗਾ।
ਔਰ ਮੈਨੂੰ ਨਹੀਂ ਲੱਗਦਾ ਕਿ ਕਿਤੇ 2-4-5% ਤਾਂ ਹੋ ਸਕਦਾ ਹੈਗਾ, ਮੈਂ ਨਹੀਂ ਕਹਿੰਦਾ, ਕਿਉਂਕਿ ਲੇਕਿਨ ਮੇਰਾ ਖਿਆਲ ਹੈ ਕਿ 95% ਜਿਹੜਾ ਆ ਕੋਈ ਇਦਾਂ ਦਾ ਬੰਦਾ ਨਹੀਂ ਹੋਇਆ ਵੀ ਮੇਰੇ ਕੌਂਸਟੀਚੁਐਂਸੀ ਦਾ ਭੁੱਖਾ ਰਹਿੰਦਾ ਹੋਵੇ। Face mask manufacturer. Factory capacity 500,000 mask per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.org.